ਹੈਲੋ ਦੋਸਤੋ, ਤੁਹਾਡਾ ਮੇਰੇ YouTube ਚੈਨਲ ਇਨਵੈਸਟਿੰਗ ਦੀਆਂ ਗੱਲਾਂ ਉੱਤੇ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 4 ਮੇਨ ਇਨਵੈਸਟਿੰਗ ਅਕਾਊਂਟਸ ਬਾਰੇ ਜੋ ਕਿ ਕੈਨੇਡਾ ਦੇ ਵਿੱਚ ਅਵੇਲੇਬਲ ਨੇ, ਤੇ ਨਾਲ ਦੀ ਨਾਲ ਆਪਾਂ ਇਹ ਗੱਲ ਕਰਾਂਗੇ ਕਿ ਇਹ ਅਕਾਊਂਟਸ ਦੇ ਉੱਤੇ ਜਿਹੜਾ ਵੀ ਕੈਪੀਟਲ ਗੇਨ ਹੁੰਦਾ ਉਹ ਕਿਸ ਰੇਟ ਦੇ ਨਾਲ ਟੈਕਸ ਕੀਤਾ ਜਾਂਦਾ ਹੈ। ਇਹਨਾਂ ਦੇ ਵਿੱਚੋਂ 2 ਹੈਗੇ ਆ ਰਜਿਸਟਰਡ ਅਕਾਊਂਟਸ ਅਤੇ 2 ਹੈਗੇ ਆ ਨਾਨ ਰਜਿਸਟਰਡ ਅਕਾਊਂਟਸ, ਜਿਹੜੇ ਕਿ ਤੁਸੀਂ ਓਪਨ ਕਰਾ ਸਕਦੇ ਹੋ। ਜਿਹੜੇ ਰਜਿਸਟਰਡ ਅਕਾਊਂਟਸ ਨੇ ਉਹ ਹੈਗੇ TFSA ਐਂਡ RRSP, ਅਤੇ ਜਿਹੜੇ ਨਾਨ ਰਜਿਸਟਰਡ ਨੇ ਉਹ ਹੈਗੇ ਮੇਨ ਮਾਰਜਨ ਅਕਾਊਂਟ ਐਂਡ ਕੈਸ਼ ਅਕਾਊਂਟ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਸ਼ ਅਕਾਊਂਟ ਦੀ। ਕੈਸ਼ ਅਕਾਊਂਟ ਬੇਸਿਕਲੀ ਹੁੰਦਾ ਕੀ ਹੈ? ਕੈਸ਼ ਅਕਾਊਂਟ ਹੁੰਦਾ ਆ ਜਿਹਦੇ ਵਿੱਚ ਤੁਸੀਂ ਆਪਣਾ ਜਿਹੜਾ ਵੀ ਕੈਸ਼ ਆ ਉਹਨੂੰ ਇਨਵੈਸਟ ਕਰ ਸਕਦੇ ਹੋ। ਇਹਦੀ ਕੋਈ ਵੀ ਲਿਮਿਟ ਨਹੀਂ ਹੁੰਦੀ, ਤੁਸੀਂ ਚਾਹੇ $1,00,000, ਚਾਹੇ $1 million, ਚਾਹੇ $10,000, ਚਾਹੇ $100, ਕਿੰਨਾ ਵੀ ਹੈਗਾ ਉਹ ਕਿਸੇ ਵੀ ਟਾਈਮ ਇਹਦੇ ਥਰੂ ਇਨਵੈਸਟ ਕਰ ਸਕਦੇ ਹੋ, ਇਹਦੇ ਵਿੱਚ ਟ੍ਰਾਂਸਫਰ ਕਰਕੇ, ਹੈ ਨਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਟੈਕਸ ਕਿੱਦਾਂ ਕੀਤਾ ਜਾਂਦਾ ਹੈ ਨਾ। ਇਹਦੇ ਲਈ ਮੈਂ ਕੈਲਕੂਲੇਟਰ ਖੋਲ੍ਹਦਾ। ਜਿੰਨਾ ਵੀ ਕੈਪੀਟਲ ਗੇਨ ਹੁੰਦਾ ਹੈ ਉਹ ਕੈਸ਼ ਅਕਾਊਂਟ ਮਾਰਜਨ ਅਕਾਊਂਟ ਦੋਵਾਂ ਦੇ ਉੱਤੇ ਉਹਦਾ ਜਿੰਨਾ ਵੀ ਕੈਪੀਟਲ ਗੇਨ ਆ ਉਹਦਾ 50% ਹੀ ਟੈਕਸੇਬਲ ਆ। ਮੰਨ ਕੇ ਚੱਲੋ ਵੀ ਤੁਸੀਂ $1,000 ਇਨਵੈਸਟ ਕੀਤਾ ਅਤੇ ਉਹਦੇ ਉੱਤੇ ਤੁਸੀਂ 100% ਰਿਟਰਨ ਪਾਈ, ਅਤੇ ਤੁਹਾਡਾ ਹੋ ਗਿਆ ਜਿਹੜਾ ਉਹ ਹੋ ਗਿਆ $2,000। $2,000 ਦੇ ਵਿੱਚੋਂ $1,000 ਸੀ ਜਿਹੜਾ ਉਹ ਤੁਹਾਡੀ ਸੀਗੀ ਇਨਵੈਸਟਮੈਂਟ। ਸੋ ਤੁਹਾਡਾ ਕੈਪੀਟਲ ਗੇਨ ਹੋ ਗਿਆ $1,000। ਸੋ ਕੈਪੀਟਲ ਗੇਨ ਦਾ ਜਿਹੜਾ 50% ਆ ਉਹੀ ਟੈਕਸੇਬਲ ਆ। ਸੋ ਇਹਨੂੰ ਆਪਾਂ ਡਿਵਾਈਡ ਕਰ ਦਿੰਦੇ 2 ਨਾਲ, ਜੋ ਕਿ 50% ਇਹਦਾ ਹੋ ਗਿਆ $500। ਸੋ ਜਿਹੜਾ ਤੁਹਾਨੂੰ ਕੈਪੀਟਲ ਗੇਨ ਉੱਤੇ ਟੈਕਸ ਦੇਣਾ ਪੈਣਾ ਉਹ $500 ਦੇ ਉੱਪਰ ਦੇਣਾ ਪੈਣਾ ਹੈ, ਜਦੋਂ ਕਿ ਤੁਹਾਡਾ ਕੈਪੀਟਲ ਗੇਨ ਸੀ ਜਿਹੜਾ ਉਹ $1,000 ਸੀਗਾ। ਬਟ ਜਿਹੜੀ ਟੈਕਸੇਬਲ ਆ ਉਹਦੇ ਵਿੱਚੋਂ ਉਹ ਸਿਰਫ ਉਹਦਾ ਹਾਫ ਹੈ, ਜੋ ਕਿ $500 ਹੈ। ਹੁਣ ਜੇ ਇਹੀ ਤੁਸੀਂ ਕੈਪੀਟਲ ਗੇਨ ਤੁਹਾਨੂੰ 1 ਸਾਲ ਦੇ ਵਿੱਚ ਹੁੰਦਾ ਹੈ ਨਾ, ਤੁਸੀਂ ਆਪਣਾ ਸਟਾਕ ਮੰਨ ਲਓ ਅਪ੍ਰੈਲ ਦੇ ਵਿੱਚ ਖਰੀਦਿਆ ਅਤੇ ਸਤੰਬਰ ਦੇ ਵਿੱਚ ਵੇਚਤਾ, ਇਹ 5 ਮਹੀਨੇ ਹੋਏ ਹੈ ਨਾ। ਅਤੇ ਜੇ ਇਹ 5 ਮਹੀਨੇ ਦੇ 1 ਸਾਲ ਦੇ ਅੰਡਰ ਐਂਟਰੀ ਤੁਸੀਂ ਉਹ ਸਟਾਕ ਨੂੰ ਵੇਚਤਾ ਹੈ, ਤਾਂ ਤੁਹਾਨੂੰ ਉਹਦੇ ਉੱਤੇ ਜਿਹੜੀ ਵੀ ਤੁਹਾਡੀ ਉਸ ਸਾਲ ਦੀ ਇਨਕਮ ਬ੍ਰੈਕਟ ਹੋਣੀ ਆ, ਤਾਂ ਉਸ ਹਿਸਾਬ ਦੇ ਨਾਲ ਹੀ ਟੈਕਸ ਪੇ ਕਰਨਾ ਪੈਣਾ ਹੈ। ਮੰਨ ਕੇ ਚੱਲੋ ਵੀ ਤੁਸੀਂ $1,00,000 ਇਸ ਸਾਲ ਦੇ ਵਿੱਚ ਤੁਹਾਡੀ ਜਿਹੜੀ ਜੋਬ ਦੀ ਇਨਕਮ ਆ ਉਹਦੇ ਉੱਤੇ ਤੁਸੀਂ ਟੈਕਸ ਬ੍ਰੈਕਟ ਦੇ ਵਿੱਚ ਆ ਰਹੇ ਹੋ, ਜਿਹੜੀ ਦੇ ਵਿੱਚ ਉਹ ਆ ਰਹੇ ਹੋ ਸਭ ਤੋਂ ਹਾਈ ਹੈ ਨਾ, ਤੁਹਾਨੂੰ ਐਟਲੀਸਟ ਅਰਾਊਂਡ 30% ਟੈਕਸ ਪੇ ਕਰਨਾ ਪੈ ਰਿਹਾ। ਤਾਂ ਜਿਹੜੇ $500 ਆ ਉਹ ਵੀ 30% ਦੇ ਹਿਸਾਬ ਨਾਲ ਹੀ ਟੈਕਸ ਕੀਤਾ ਜਾਏਗਾ। ਸੋ ਮੰਨ ਕੇ ਚੱਲੋ $500 ਦੇ ਉੱਤੇ ਜੇ ਆਪਾਂ 30% ਟੈਕਸ ਦਿੱਤਾ ਤਾਂ ਤੁਹਾਨੂੰ $150 ਟੈਕਸ ਪੇ ਕਰਨਾ ਪੈਣਾ ਆ 1,000 ਦੇ ਉੱਤੇ, ਜੋ ਕਿ ਹੋ ਗਿਆ 15% ਹੈ ਨਾ, ਟੈਕਸ ਹੋ ਗਿਆ ਹੈ। ਜੇ ਹੁਣ ਇਹੀ ਆਪਾਂ ਮੰਨ ਕੇ ਚੱਲੀਏ ਵੀ ਇਹੀ $500 ਆ ਜਿਹੜਾ ਤੁਸੀਂ 1 ਸਾਲ ਦੇ ਬਾਅਦ ਉਹਨੂੰ ਸੈੱਲ ਕਰ ਰਹੇ ਹੋ, ਮਤਲਬ ਜਿਹੜਾ ਵੀ ਤੁਸੀਂ ਸਟਾਕ ਖਰੀਦਿਆ ਉਹਨੂੰ 1 ਸਾਲ ਦੇ ਬਾਅਦ, ਹੈ ਨਾ, ਜਿਵੇਂ ਅੱਜ ਅਪ੍ਰੈਲ 2023 ਦੇ ਵਿੱਚ ਖਰੀਦਿਆ ਅਤੇ ਅਪ੍ਰੈਲ 2024 ਤੋਂ ਬਾਅਦ ਦੇ ਵਿੱਚ ਉਹਨੂੰ ਸੈੱਲ ਕਰ ਲਓ, ਅਤੇ ਉਹਦੇ ਉੱਤੇ ਤੁਹਾਨੂੰ ਕੈਪੀਟਲ ਗੇਨ ਹੋ ਰਿਹਾ ਜਿਹੜਾ $1,000 ਹੋ ਗਿਆ, ਹੈ ਨਾ। ਸੋ $1,000 ਦੇ ਉੱਤੇ ਵੀ ਜੇ ਤੁਸੀਂ ਮਤਲਬ ਡਿਵਾਈਡ ਕਰ ਦਿਓ ਉਹਨੂੰ 2 ਨਾਲ, 500 ਦੇ ਉੱਤੇ ਹੀ ਟੈਕਸ ਪੇ ਕਰਨਾ ਹੈ। ਬਟ ਜਿਹੜੀ ਤੁਹਾਡੀ ਟੈਕਸ ਰੇਟ ਆ ਉਹ ਘੱਟ ਕੇ ਰਹਿ ਜਾਣੀ ਆ 15%। ਮੰਨ ਲਓ ਵੀ ਜੇ ਤੁਸੀਂ ਕਿਸੇ ਵੀ ਸਟਾਕ ਨੂੰ 1 ਸਾਲ ਤੋਂ ਵੱਧ ਹੈਲਡ ਕਰਦੇ ਹੋ ਤਾਂ ਤੁਹਾਨੂੰ ਉਹਦੇ ਉੱਤੇ 15% ਟੈਕਸ ਹੀ ਦੇਣਾ ਪੈਣਾ, ਜੋ ਕਿ ਹੈਗਾ $75, ਜੋ ਕਿ ਬਣਿਆ ਤੁਹਾਡੇ $1,000 ਦੀ ਇਨਕਮ ਦੇ ਉੱਤੇ ਸਿਰਫ 7.5% ਹੀ ਤੁਸੀਂ ਜਿਹੜਾ ਹੈਗਾ ਆ ਉਹ ਟੈਕਸ ਦੇਣਾ ਹੈ। ਸੋ ਇੱਦਾਂ ਆ ਵੀ ਜਦੋਂ ਤੁਸੀਂ ਲੌਂਗ ਟਰਮ ਦੇ ਲਈ ਇਨਵੈਸਟ ਕਰ ਰਹੇ ਹੋ ਤਾਂ ਤੁਹਾਡਾ ਟੈਕਸ ਹੋਰ ਵੀ ਘਟ ਜਾਣਾ, ਅਤੇ ਤੁਹਾਡਾ ਜੋ ਵੀ ਕੈਪੀਟਲ ਗੇਨ ਹੋਵੇਗਾ ਉਹਦੇ ਉੱਤੇ ਸਿਰਫ 15% ਹੀ ਟੈਕਸ ਦੇਣਾ ਪੈਣਾ। ਹਾਂ, ਦੂਜੀ ਗੱਲ ਇਹ ਹੈ ਜੇ ਡਿਵੀਡੈਂਡ ਆ, ਤੁਸੀਂ ਮੰਨ ਲਓ $1,000 ਡਿਵੀਡੈਂਡ ਹੈਗਾ, ਡਿਵੀਡੈਂਡ ਨੂੰ ਚਾਹੇ ਤੁਸੀਂ ਕੈਨੇਡੀਅਨ ਸਟਾਕਸ ਦੇ ਉੱਤੇ ਲਿਆ ਹੈ ਜਾਂ USA ਸਟਾਕਸ ਦੇ ਵਿੱਚ ਲਿਆ ਹੈ, ਤੁਹਾਨੂੰ 15% ਟੈਕਸ ਦੇਣਾ ਹੀ ਪਏਗਾ, ਕੈਸ਼ ਅਤੇ ਮਾਰਜਨ ਅਕਾਊਂਟ ਦੋਵਾਂ ਦੇ ਵਿੱਚ ਹੀ, ਹੈ ਨਾ। ਸੋ ਮੰਨ ਲਓ ਵੀ ਜੇ ਤੁਹਾਨੂੰ ਇਸ ਸਾਲ ਦੇ ਵਿੱਚ $1,000 ਡਿਵੀਡੈਂਡ ਦੇ ਰੂਪ ਦੇ ਵਿੱਚ ਆਇਆ ਤਾਂ ਉਹਦੇ ਉੱਤੇ 15% ਦੇ ਹਿਸਾਬ ਨਾਲ ਸਾਨੂੰ $150 ਡਿਵੀਡੈਂਡ ਜਿਹੜਾ ਹੈਗਾ ਟੈਕਸ ਦੇਣਾ ਪਏਗਾ। ਹਾਂ, ਜਿਹੜਾ ਮਤਲਬ ਮੰਨ ਲਓ ਵੀ ਜਿਹੜਾ ਕੈਪੀਟਲ ਗੇਨ ਆ ਉਹਦਾ ਸਿਰਫ 50% ਉੱਤੇ ਤੋਂ ਨਹੀਂ ਟੈਕਸ ਦੇਣਾ ਹੈ, ਜਿਹੜਾ ਕਿ ਜੇ ਡਿਵੀਡੈਂਡ ਸਾਨੂੰ ਜਿੰਨੇ ਵੀ 100% ਜਿੰਨਾ ਵੀ ਹੈਗਾ ਉਹਦੇ ਉੱਤੇ ਟੈਕਸ ਦੇਣਾ ਪਏਗਾ। ਪਰ ਡਿਵੀਡੈਂਡ ਦੇ ਉੱਤੇ ਸਿਰਫ ਤੁਹਾਨੂੰ 15% ਹੀ ਟੈਕਸ ਦੇਣਾ ਪੈਂਦਾ ਹੈ। ਹੁਣ ਆਪਾਂ ਦੂਜਾ ਜਿਹੜਾ ਮੇਨ ਅਕਾਊਂਟ ਹੈਗਾ ਉਹਦੀ ਗੱਲ ਕਰਦੇ ਹਾਂ, ਜੋ ਕਿ ਹੈਗਾ ਮਾਰਜਨ ਅਕਾਊਂਟ, ਹੈ ਨਾ। ਸੋ ਜਿਹੜਾ ਮਾਰਜਨ ਅਕਾਊਂਟ ਹੈ ਇਹ ਵੀ ਸੇਮ ਕੈਸ਼ ਅਕਾਊਂਟ ਦੇ ਵਾਂਗੂ ਹੀ ਵਰਕ ਕਰਦਾ ਹੈ। ਤੁਸੀਂ ਇਹਦੇ ਵਿੱਚ ਜਿੰਨਾ ਮਰਜ਼ੀ ਪੈਸਾ ਹੈਗਾ ਜਿਹੜਾ ਉਹਨੂੰ ਮੂਵ ਕਰ ਸਕਦੇ ਹੋ, ਅਤੇ ਮੂਵ ਕਰਕੇ ਉਹਦੇ ਉੱਤੇ ਤੁਹਾਨੂੰ ਜਿਹੜੀ ਵੀ ਤੁਹਾਡੀ ਇਕੁਇਟੀ ਹੈ, ਮੰਨ ਲਓ ਤੁਸੀਂ $2,000 ਇਨਵੈਸਟ ਇਸ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ, ਤਾਂ ਬੈਂਕ ਉਹਦੇ ਉੱਤੇ ਤੁਹਾਨੂੰ 2,000 ਦਾ ਇੱਕ ਲਿਮਿਟ ਦੇ ਦੇਗੀ, ਹੈ ਨਾ, ਜਿਹੜਾ ਕਿ ਤੁਸੀਂ
ਮੰਨ ਲਓ ਵੀ ਜਿਵੇਂ ਕੈਸ਼ ਅਕਾਊਂਟ 'ਤੇ ਤੁਸੀਂ $2000 ਮੂਵ ਕੀਤਾ ਤਾਂ ਤੁਸੀਂ ਉਸ $2000 ਦੇ ਹੀ ਜਿਹੜੇ ਸਟਾਕਸ ਨੇ ਜਾਂ ਮਿਊਚੁਅਲ ਫੰਡ ਹੈ ਜਾਂ ਹੋਰ ਵੀ ਬੌਂਡਸ ਵਗੈਰਾ ਜੋ ਵੀ ਆ ਉਹ $2000 ਦੇ ਹੀ ਖਰੀਦ ਸਕਦੇ ਹੋ। ਬਟ ਜੇ ਤੁਸੀਂ ਮਾਰਜਨ ਅਕਾਊਂਟ ਦੇ ਵਿੱਚ $2000 ਮੂਵ ਕਰ ਰਹੇ ਹੋ ਤਾਂ $2000 ਤੁਹਾਨੂੰ ਬੈਂਕ ਵੱਲੋਂ ਦਿੱਤਾ ਜਾਊਗਾ ਅਤੇ ਤੁਸੀਂ $4000 ਦੇ ਸਟਾਕਸ ਇਨਵੈਸਟ ਕਰ ਸਕਦੇ ਹੋ। ਹਾਂ, ਇਹਦੀ ਬੁਰੀ ਗੱਲ ਇਹ ਆ ਵੀ ਮਤਲਬ ਇਨਵੈਸਟਮੈਂਟਸ ਦਾ ਕੋਈ ਪਤਾ ਨਹੀਂ ਹੁੰਦਾ ਹੈ ਨਾ, ਕਈ ਵਾਰ ਜ਼ੀਰੋ 'ਤੇ ਵੀ ਜਾ ਸਕਦੀਆਂ ਨੇ। ਜੇ ਕੈਸ਼ ਅਕਾਊਂਟ ਦੇ ਵਿੱਚ ਤੁਸੀਂ ਆਪਣਾ $2000 ਦੇ ਸਟਾਕਸ ਖਰੀਦੇ ਹੈ ਨਾ, ਉਹ $2000 ਦੇ ਉਹ ਜ਼ੀਰੋ ਹੋ ਗਏ, ਉਹ ਕੰਪਨੀ ਬੰਦ ਹੋ ਗਈ, ਤਾਂ ਤੁਹਾਨੂੰ ਨੁਕਸਾਨ ਹੋਇਆ ਸਿਰਫ $2000 ਦਾ। ਉਹ ਤੇ ਓਪੋਜ਼ਿਟ ਸਾਈਡ ਜੇ ਤੁਸੀਂ ਮਾਰਜਨ ਅਕਾਊਂਟ ਦੇ ਵਿੱਚੋਂ ਮੰਨ ਲਓ ਵੀ $2000 ਤੁਸੀਂ ਆਪਦਾ ਸੀਗਾ, $2000 ਤੁਹਾਨੂੰ ਬੈਂਕ ਨੇ ਦਿੱਤਾ ਅਤੇ ਤੁਸੀਂ $4000 ਦੇ ਉਹੀ ਸਟਾਕ ਖਰੀਦ ਲਏ ਅਤੇ ਬੈਂਕ ਆ ਜਿਹੜੀ ਆ ਉਹ ਬੈਂਕਰਪਸੀ ਕਰ ਗਈ ਆ, ਉਹ ਮਤਲਬ ਕੰਪਨੀ ਜਿਹੜੀ ਬੈਂਕਰਪਸੀ ਕਰ ਗਈ ਆ, ਤਾਂ ਤੁਸੀਂ ਇਹਦੇ ਵਿੱਚ ਲੂਜ਼ ਕੀਤੇ $4000। ਇਹਦਾ ਮੇਨ ਨੁਕਸਾਨ ਇਹੀ ਆ ਵੀ ਜਿਹੜਾ ਕੈਸ਼ ਅਕਾਊਂਟ ਦੇ ਨਾਲੋਂ, ਕਿਉਂਕਿ ਤੁਹਾਡਾ ਜਿਹੜਾ ਲਾਸ ਆ ਉਹ ਜ਼ਿਆਦਾ ਵੱਧ ਸਕਦਾ ਹੈ ਨਾ, ਜਿੰਨੇ ਤੁਹਾਡੇ ਕੋਲ ਪੈਸੇ ਨਹੀਂ ਉਹ ਤੋਂ ਕਿਤੋਂ ਜ਼ਿਆਦਾ ਤੁਸੀਂ ਲਾਸ ਕਰ ਸਕਦੇ। ਅਤੇ ਇਹਦੀ ਦੂਜੀ ਡਿਸਐਡਵਾਂਟੇਜ ਇਹ ਆ ਕਿ ਇਹਦੇ ਉੱਤੇ ਤੁਹਾਨੂੰ ਮੈਂ ਇੱਥੇ ਖੋਲ੍ਹ ਕੇ ਰੱਖਿਆ ਇੰਟਰਸਟ ਪੇ ਕਰਨਾ ਪੈਂਦਾ ਹੈ ਨਾ। ਜਦੋਂ ਦੇਖ ਲਓ ਵੀ ਆ ਮਾਰਜਨ ਦੇ ਜਿੰਨੀ ਵੀ ਤੁਹਾਡੀ ਹੈਗੀ ਆ ਉਹਦੇ ਉੱਤੇ ਕੈਨੇਡਾ ਦੇ ਵਿੱਚ ਕੈਨੇਡੀਅਨ ਬੈਲੈਂਸ ਦੇ ਉੱਤੇ ਤੁਹਾਨੂੰ 8.5% 8.5% ਟੈਕਸ ਪੇ ਕਰਨਾ ਪੈਣਾ ਹੈ, ਇੰਟਰਸਟ ਪੇ ਕਰਨਾ ਪੈਣਾ ਸੌਰੀ। ਅਤੇ USA ਦੇ ਵਿੱਚ ਤੁਹਾਨੂੰ ਕਰਨਾ ਪੈਣਾ USA ਮਨੀ ਦੇ ਵਿੱਚ ਅਤੇ ਉੱਤੇ 9.5%। ਸੋ ਮੰਨ ਲਓ ਜੇ ਤੁਸੀਂ ਕੋਈ ਵੀ $1000 ਦਾ ਸਟਾਕ ਖਰੀਦਿਆ ਅਤੇ ਉਹਦੇ ਉੱਤੇ $1000 ਦੀ ਮਾਰਜਨ ਨੂੰ ਯੂਜ਼ ਕੀਤਾ ਅਤੇ ਉੱਤੇ ਤੁਸੀਂ 10% ਦੀ ਰਿਟਰਨ ਪਾਈ ਅਤੇ ਤੁਹਾਨੂੰ $100 ਹੋਇਆ, ਅਤੇ $100 ਦੇ ਵਿੱਚੋਂ $85 ਤਾਂ ਤੁਸੀਂ ਸਿਰਫ ਇੰਟਰਸਟ ਦੇ ਵਿੱਚ ਹੀ ਪੇ ਕੀਤੇ ਹੈ ਨਾ, ਅਤੇ ਤੁਹਾਡੇ ਬੱਚੇ ਦਾ ਬਚਿਆ ਸਿਰਫ 1.5%। ਸੋ ਇਹ ਇਹਦਾ ਮੇਨ ਨੁਕਸਾਨ ਆ। ਬਾਕੀ ਸਾਰਾ ਕੁਛ ਇਹ ਕੈਸ਼ ਅਕਾਊਂਟ ਦੇ ਵਾਂਗੂ ਹੀ ਵਰਕ ਕਰਦਾ ਹੈ। ਜਿੱਦਾਂ ਕੈਸ਼ ਅਕਾਊਂਟ ਦੇ ਵਿੱਚ ਕੈਪੀਟਲ ਗੇਨ 50% ਹੀ ਟੈਕਸੇਬਲ ਹੁੰਦਾ ਹੈ ਅਤੇ ਜਿਹੜਾ ਡਿਵੀਡੈਂਡ ਆ ਉਹ 100% ਟੈਕਸੇਬਲ ਹੁੰਦਾ ਹੈ। ਸੇਮ ਥਿੰਗ ਹੀ ਮਾਰਜਨ ਅਕਾਊਂਟ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਰਜਿਸਟਰਡ ਅਕਾਊਂਟਸ ਨੇ। ਰਜਿਸਟਰਡ ਅਕਾਊਂਟ ਬੇਸਿਕਲੀ ਦੋ ਨੇ, TFSA ਅਤੇ RRSP। ਸਭ ਤੋਂ ਪਹਿਲਾਂ ਆਪਾਂ TFSA ਦੀ ਗੱਲ ਕਰਦੇ ਹਾਂ, ਜੋ ਕਿ ਸਭ ਤੋਂ ਪਾਪੂਲਰ ਇਨਵੈਸਟਿੰਗ ਅਕਾਊਂਟ ਆ ਕੈਨੇਡਾ ਦੇ ਵਿੱਚ। ਇਹਦੇ ਵਿੱਚ ਵੀ ਤੁਸੀਂ ਆਪਣੀ ਮਨੀ ਆ ਜਿਹੜਾ ਅਕਾਊਂਟ ਆ ਨਾ, ਇਹਦੇ ਵਿੱਚ ਵੀ ਤੁਸੀਂ ਆਪਣੀ ਮਨੀ ਪਾ ਸਕਦੇ ਹੋ ਪਰ ਇਹਦੀ ਇੱਕ ਲਿਮਿਟ ਹੁੰਦੀ ਆ ਐਵਰੀ ਈਅਰ ਤੁਸੀਂ ਕਿੰਨਾ ਕੰਟਰੀਬਿਊਟ ਕਰ ਸਕਦੇ ਹੋ। ਅਤੇ ਦੂਜੀ ਗੱਲ ਇਹ ਆ ਵੀ ਜਿਹੜੀ ਵੀ ਤੁਹਾਡੀ ਅਨਯੂਜ਼ਡ ਕੰਟਰੀਬਿਊਸ਼ਨ ਹੁੰਦੀ ਆ ਉਹ ਕੈਰੀ ਫਾਰਵਰਡ ਹੁੰਦੀ ਹੈ। ਜਿੱਦਾਂ ਕਿ ਇੱਥੇ ਆਪਾਂ ਦੇਖਦੇ ਹਾਂ ਇਸ ਸਾਲ ਦੀ ਜਿਹੜੀ TFSA ਲਿਮਿਟ ਆ ਉਹ ਸੀਗੀ 2023 ਦੀ 6500। ਸੋ ਮਤਲਬ ਇਹਨੂੰ ਕੈਨੇਡਾ ਦੇ ਵਿੱਚ ਕੋਈ ਵੀ ਇਹ ਸਾਰੇ ਅਕਾਊਂਟਸ ਨੂੰ ਕੈਨੇਡਾ ਦੇ ਵਿੱਚ ਕੋਈ ਵੀ ਖੁਲਵਾ ਸਕਦਾ ਹੈ ਨਾ, ਚਾਹੇ ਤੁਸੀਂ ਸਟੂਡੈਂਟ ਵੀਜ਼ੇ 'ਤੇ ਹੋ, ਚਾਹੇ ਤੁਸੀਂ ਵਰਕ ਪਰਮਿਟ ਹੋਲਡਰ ਹੋ, ਚਾਹੇ ਤੁਸੀਂ PR ਹੋ, ਚਾਹੇ ਤੁਸੀਂ ਸਿਟੀਜ਼ਨ ਹੋ। ਸਾਰੇ ਕੈਸ਼ ਅਕਾਊਂਟ, ਮਾਰਜਨ ਅਕਾਊਂਟ, TFSA ਅਤੇ RRSP ਹਰ ਕੋਈ ਖੁਲਾ ਸਕਦਾ ਅਤੇ ਇਨਵੈਸਟ ਕਰ ਸਕਦਾ ਹੈ। ਸੋ ਹੁਣ ਆਪਾਂ TFSA ਦੀ ਗੱਲ ਕਰਦੇ ਹਾਂ। TFSA ਦੀ ਇਸ ਸਾਲ ਦੀ ਲਿਮਿਟ ਹੈਗੀ ਆ $6500 ਹੈ ਨਾ। ਤੁਸੀਂ ਇਸ ਸਾਲ ਦੇ ਵਿੱਚ ਜਿਹੜਾ ਹੈਗਾ $6500 ਉਹ ਇਨਵੈਸਟ ਕਰ ਸਕਦੇ ਹੋ। ਜੇ ਤੁਸੀਂ ਕੈਨੇਡਾ ਦੇ ਵਿੱਚ 2009 ਤੋਂ ਪਹਿਲਾਂ ਦੇ ਆਏ 2009 ਦੇ ਆਏ ਹੋ ਹੈ ਨਾ, ਜਾਂ ਤੁਸੀਂ ਇੱਥੋਂ ਦੀ ਬੋਰਨ ਹੋ, ਤਾਂ ਤੁਹਾਡੀ ਜਿਹੜੀ ਟੋਟਲ ਲਾਈਫ ਟਾਈਮ ਕੰਟਰੀਬਿਊਸ਼ਨ ਹੋਣੀ ਆ ਉਹ 88,000 ਹੋ ਗਈ ਆ। ਮਤਲਬ ਜੇ ਹਾਲੇ ਤੱਕ ਤੁਸੀਂ TFSA ਨਹੀਂ ਖੁਲਵਾਇਆ ਤਾਂ ਤੁਸੀਂ 2009 ਤੋਂ ਪਹਿਲਾਂ ਹੈ ਨਾ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਤਾਂ ਤੁਹਾਡੀ ਟੋਟਲ ਕੰਟਰੀਬਿਊਸ਼ਨ ਰੂਮ ਹੈਗਾ ਜਿਹੜਾ ਉਹ 88% ਆ, $88,000 ਆ। ਤੁਸੀਂ ਇਹਨੂੰ ਚੈੱਕ ਕਰਨ ਦਾ ਇੱਕ ਵਧੀਆ ਤਰੀਕਾ ਇਹ ਆ ਕਿ ਤੁਸੀਂ ਆਪਣਾ CRA ਅਕਾਊਂਟ ਖੋਲ੍ਹੋ। ਉੱਥੇ ਤੁਹਾਨੂੰ ਦੋਵੇਂ TFSA ਅਤੇ RRSP ਦੀ ਕੰਟਰੀਬਿਊਸ਼ਨ ਮਿਲ ਜਾਏਗੀ ਕਿੰਨੀ ਤੁਹਾਡੀ ਹੈਗੀ ਆ, ਕਿਉਂਕਿ ਜਿੰਨੇ ਵੀ ਸਾਲਾਂ ਦੀ ਤੁਸੀਂ ਕੰਟਰੀਬਿਊਸ਼ਨ ਯੂਜ਼ ਨਹੀਂ ਕੀਤੀ ਉਹ ਕੈਰੀ ਫਾਰਵਰਡ ਹੁੰਦੀ ਜਾਂਦੀ ਆ। ਹੁਣ ਆਪਾਂ ਗੱਲ ਕਰਦੇ ਹਾਂ ਇਸ ਅਕਾਊਂਟ ਬਾਰੇ, TFSA ਬਾਰੇ। ਇਹ ਸਭ ਤੋਂ ਪਾਪੂਲਰ ਅਕਾਊਂਟ ਇਸ ਲਈ ਹੈ ਕਿ ਜਿਹੜੀ ਵੀ ਤੁਸੀਂ ਇਹਦੇ ਵਿੱਚ ਕੈਪੀਟਲ ਗੇਨ ਹੁੰਦਾ ਤੁਹਾਡਾ, ਉਹਦੇ ਉੱਤੇ ਤੁਸੀਂ ਕੋਈ ਵੀ ਕੋਈ ਵੀ ਟੈਕਸ ਨਹੀਂ ਪੇ ਕਰਦੇ। ਜਿੱਦਾਂ ਕਿ ਇਹਦੇ ਮਤਲਬ ਅਕਾਊਂਟ ਤੋਂ ਨਾਮ ਤੋਂ ਹੀ ਸ਼ੁਰੂ ਪਤਾ ਲੱਗਦਾ ਹੈ ਨਾ, ਇਹਦਾ ਜਿੱਦਾਂ ਨਾਂ ਹੈਗਾ ਟੈਕਸ ਫਰੀ ਸੇਵਿੰਗਸ ਅਕਾਊਂਟ। ਵੈਸੇ ਇਹਦਾ ਨਾਂ ਹੋਣਾ ਚਾਹੀਦਾ ਟੈਕਸ ਫਰੀ ਇਨਵੈਸਟਿੰਗ ਅਕਾਊਂਟ, ਕਿਉਂਕਿ ਜਿਹੜੀ ਤੁਸੀਂ ਇਹਦੇ ਵਿੱਚ ਆਪਣੀ ਮਨੀ ਪਾ ਕੇ ਗਰੋ ਕਰ ਸਕਦੇ ਹੋ ਉਹ ਕਿਤੇ ਨਾ ਕਿਤੇ ਇਨਵੈਸਟ ਕਰਕੇ ਹੀ ਕਰ ਸਕਦੇ ਹੋ ਹੈ ਨਾ। ਸੋ ਜੇ ਤੁਸੀਂ TFSA ਥਰੂ ਇਨਵੈਸਟ ਕਰ ਰਹੇ ਹੋ ਹੈ ਨਾ, ਕੋਈ ਵੀ ਤੁਹਾਨੂੰ ਕੈਪੀਟਲ ਗੇਨ ਆ, ਮਤਲਬ ਜੇ ਤੁਸੀਂ $1000 ਕੀਤਾ ਅਤੇ ਉਹਦੇ ਉੱਤੇ $1000 ਦੀ ਤੁਹਾਨੂੰ ਕੈਪੀਟਲ ਗੇਨ ਹੋ ਗਿਆ, ਤਾਂ ਉਹ ਤੁਹਾਡਾ $1000 ਤੁਹਾਡਾ ਹੀ ਹੈ। ਉਹਨੂੰ ਤੁਸੀਂ ਕਿਸੇ ਵੀ ਟਾਈਮ ਆਪਣੇ ਅਕਾਊਂਟ ਦੇ ਵਿੱਚ ਕਢਾ ਸਕਦੇ ਹੋ, ਯੂਜ਼ ਕਰ ਸਕਦੇ ਹੋ। ਅਤੇ ਇਹਦੀ ਇੱਕ ਐਡਵਾਂਟੇਜ ਹੋਰ ਇਹ ਆ ਵੀ ਜੇ ਜਿਹੜਾ ਵੀ ਤੁਸੀਂ
ਆਪਣੇ ਅਕਾਊਂਟ ਦੇ ਵਿੱਚੋਂ ਜਿਹੜੀ ਵੀ ਅਮਾਊਂਟ ਕਢਾਈ ਆ ਹੈ ਨਾ, ਜੇ $1000 ਤੁਸੀਂ ਕਢਾ ਲਿਆ ਤਾਂ ਤੁਸੀਂ ਉਹਨੂੰ ਰੀਕੰਟਰੀਬਿਊਟ ਕਰ ਸਕਦੇ ਹੋ। ਬਟ ਇਹਦੀ ਲਿਮਿਟੇਸ਼ਨ ਇਹੀ ਆ, ਉਸ ਨੂੰ ਰੀਕੰਟਰੀਬਿਊਟ ਇਸ ਸਾਲ ਨਹੀਂ ਕਰ ਸਕਦੇ। ਨੈਕਸਟ ਈਅਰ ਦੀ ਜਿਹੜੀ ਤੁਹਾਡੀ ਲਾਈਕ ਲਿਮਿਟ ਆ ਉਹਦੇ ਵਿੱਚ ਉਹ 1000 ਐਡ ਹੋ ਜਾਊਗਾ। ਜਿਵੇਂ ਮੰਨ ਲਓ ਵੀ ਤੁਸੀਂ 1000 ਇਸ ਸਾਲ ਕਢਾਇਆ ਅਤੇ 2024 ਦੀ ਲਿਮਿਟ ਹੈਗੀ 6500, ਤਾਂ ਨੈਕਸਟ ਈਅਰ ਤੁਸੀਂ $7500 ਹੈ ਜਿਹੜਾ ਕੰਟਰੀਬਿਊਟ ਕਰ ਸਕਦੇ ਹੋ। ਇਸ ਸਾਲ ਦੇ ਵਿੱਚ ਨਹੀਂ ਕਰ ਸਕਦੇ, ਨੈਕਸਟ ਈਅਰ ਕਰਨਾ ਪੈਂਦਾ। ਬਟ ਸਭ ਤੋਂ ਵੱਡੀ ਐਡਵਾਂਟੇਜ ਇਹਦੀ ਇਹੀ ਆ ਕਿ ਜੇ ਵੀ ਤੁਹਾਨੂੰ ਡਿਵੀਡੈਂਡ ਜਾਂ ਜੋ ਵੀ ਕੈਪੀਟਲ ਗੇਨ ਹੁੰਦਾ ਕੈਨੇਡੀਅਨ ਸਟਾਕਸ ਦਾ, ਉਹਦੇ ਉੱਤੇ ਤੁਸੀਂ ਕੋਈ ਵੀ ਟੈਕਸ ਨਹੀਂ ਪੇ ਕਰਨਾ ਅਤੇ ਉਸ ਪੈਸੇ ਨੂੰ ਕਦੋਂ ਵੀ ਕਢਾ ਸਕਦੇ ਹੋ, ਤੁਸੀਂ ਕਦੋਂ ਵੀ ਯੂਜ਼ ਕਰ ਸਕਦੇ ਹੋ, ਹੈ ਨਾ। ਬਸ ਇਹਦੀ ਲਾਈਕ ਸੇਮ ਥਿੰਗ ਹੀ ਹੈ US ਸਟਾਕ ਦੇ ਵਿੱਚ, ਹੈ ਨਾ। ਜੇ ਇਹਦੇ ਥਰੂ ਤੁਸੀਂ US ਸਟਾਕ ਵੀ ਖਰੀਦਦੇ ਹੋ ਤਾਂ US ਸਟਾਕ 'ਤੇ ਵੀ ਜਿੰਨਾ ਵੀ ਤੁਹਾਨੂੰ ਕੈਪੀਟਲ ਗੇਨ ਹੁੰਦਾ ਤੁਸੀਂ ਉਹਦੇ ਉੱਤੇ ਕੋਈ ਵੀ ਟੈਕਸ ਨਹੀਂ ਪੇ ਕਰਨਾ। ਹਾਂ, ਜੇ US ਸਟਾਕਸ ਦੇ ਜਿਹੜੇ ਉਹਨਾਂ ਦੇ ਉੱਤੇ ਤੁਹਾਨੂੰ ਜਿਹੜਾ ਡਿਵੀਡੈਂਡ ਮਿਲਦਾ ਹੈ, ਡਿਵੀਡੈਂਡ ਨੂੰ ਤੁਹਾਨੂੰ ਜਿਹੜਾ ਵੀ ਡਿਵੀਡੈਂਡ ਮਿਲੂਗਾ ਉਹਦੇ ਉੱਤੇ ਤੁਸੀਂ 15% ਜਿਹੜਾ ਹੈਗਾ ਟੈਕਸ ਪੇ ਕਰਨਾ ਹੈ। ਲਾਈਕ US ਸਟਾਕ, ਕੈਨੇਡੀਅਨ ਸਟਾਕ ਦੇ ਜਿਹੜਾ ਵੀ ਕੈਪੀਟਲ ਗੇਨ ਹੈ ਨਾ, ਉਹਦੇ ਨਾਲ ਕੋਈ ਵੀ ਉਹਦੇ ਉੱਤੇ ਤੁਸੀਂ ਕੋਈ ਵੀ ਟੈਕਸ ਨਹੀਂ ਪੇ ਕਰਨਾ ਹੈ। ਹਾਂ, ਜਿਹੜਾ ਕੈਨੇਡੀਅਨ ਡਿਵੀਡੈਂਡ ਆ ਉਹਦੇ ਉੱਤੇ ਵੀ ਕੋਈ ਵੀ ਟੈਕਸ ਨਹੀਂ ਲੱਗੇਗਾ। ਜਿਹੜਾ USA ਡਿਵੀਡੈਂਡ ਆ ਸਿਰਫ ਉਹਦੇ ਉੱਤੇ ਸਿਰਫ ਤੁਹਾਨੂੰ 15% ਟੈਕਸ ਪੇ ਕਰਨਾ ਪੈਂਦਾ ਹੈ। ਜੇ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਇਸ ਅਕਾਊਂਟ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ, ਤਾਂ ਮੈਂ ਇਸ ਦੇ ਉੱਤੇ ਪੂਰੀ ਵੀਡੀਓ ਬਣਾ ਦਾਂਗਾ, ਹੈ ਨਾ। ਇਹਨੂੰ ਪੂਰੀ ਤਰ੍ਹਾਂ ਪੰਜਾਬੀ ਦੇ ਵਿੱਚ ਸਿੰਪਲੀ ਐਕਸਪਲੇਨ ਕਰ ਦਾਂਗਾ ਕਿ ਇਹ ਕਿੱਦਾਂ ਵਰਕ ਕਰਦਾ ਹੈ। ਹਾਂ, ਇਹਦੀ ਡਿਸਐਡਵਾਂਟੇਜ ਇਹੀ ਹੈ ਕਿ ਇਹਦੀ ਕੰਟਰੀਬਿਊਸ਼ਨ ਰੂਮ ਹੈਗਾ ਜਿਹੜਾ ਉਹ ਲਿਮਿਟਡ ਹੁੰਦਾ ਹੈ। ਜਿੱਦਾਂ ਕਿ 2023 ਦੇ ਵਿੱਚ ਤੁਸੀਂ ਸਿਰਫ $6500 ਹੀ ਤੁਹਾਡੀ ਇਨਵੈਸਟ ਕਰ ਸਕਦੇ ਹੋ ਇਸ ਸਾਲ ਦੇ ਵਿੱਚ, ਹੈ ਨਾ। ਅਤੇ ਬਟ ਤੁਸੀਂ CRA ਦਾ ਅਕਾਊਂਟ ਖੋਲ੍ਹ ਕੇ ਦੇਖ ਸਕਦੇ ਹੋ ਕਿ ਪਿਛਲੇ ਸਾਲ ਦੀ ਤੁਹਾਡੀ ਕਿੰਨੀ ਜਿਹੜੀ ਕੰਟਰੀਬਿਊਸ਼ਨ ਲਿਮਿਟ ਹੈਗੀ ਆ ਉਹ ਅਨਯੂਜ਼ਡ ਆ, ਕਿਉਂਕਿ ਉਹ ਕੈਰੀ ਫਾਰਵਰਡ ਹੋਈ ਜਾ ਰਹੀ ਹੈ। ਮੰਨ ਲਓ ਵੀ ਤੁਸੀਂ ਲਾਸਟ 3 ਈਅਰ ਤੋਂ ਇੱਥੇ ਰਹਿ ਰਹੇ ਹੋ ਅਤੇ ਹਰੇਕ ਈਅਰ ਦੀ 6500 ਸੀਗੀ ਜਿਹੜੀ, ਤਾਂ ਉਹਦੇ ਵਿੱਚ ਮੰਨ ਕੇ ਚੱਲੋ ਵੀ 65 13,000 ਐਂਡ ਅਤੇ ਫਿਰ 65 $20,500 ਹੋ ਗਿਆ ਹੈ ਨਾ। ਤਾਂ ਤੁਸੀਂ $20,500 ਇਸੇ ਸਾਲ ਦੇ ਵਿੱਚ ਆਪਣਾ ਜਿਹੜਾ ਕੰਟਰੀਬਿਊਟ ਕਰ ਸਕਦੇ ਹੋ ਇਸ ਅਕਾਊਂਟ ਦੇ ਵਿੱਚ। ਅਤੇ ਹੁਣ ਆਪਾਂ ਜਿਹੜਾ ਨੈਕਸਟ ਅਕਾਊਂਟ ਆ ਉਹਦੀ ਗੱਲ ਕਰਦੇ ਹਾਂ। ਨੈਕਸਟ ਅਕਾਊਂਟ ਹੈਗਾ RRSP, ਜਿੱਦਾਂ ਇਹ ਹੈਗਾ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ, ਹੈ ਨਾ। ਇਹਦਾ ਮੇਨ ਮੋਟਿਵ ਇਸ ਅਕਾਊਂਟ ਦਾ ਇਹੀ ਆ ਕਿ ਤੁਸੀਂ ਜੋ ਵੀ ਆਪਣੇ ਬੁਢਾਪੇ ਦੇ ਲਈ, ਹੈ ਨਾ, ਮਤਲਬ ਮਨੀ ਨੂੰ ਇਕੱਠੀ ਕਰ ਸਕੋ। ਅਤੇ ਇਹਦੇ ਨਾਲ ਵੀ ਤੁਸੀਂ ਸੇਮ ਥਿੰਗ ਹੀ ਹੈ, US ਅਤੇ ਕੈਨੇਡਾ ਦੋਵੇਂ ਸਟਾਕਸ ਨੇ ਜਿਹੜੇ US ਅਤੇ ਕੈਨੇਡਾ ਮਾਰਕੀਟ ਦੇ ਵਿੱਚ ਖਰੀਦ ਸਕਦੇ ਹੋ। ਅਤੇ ਬੇਸਿਕਲੀ ਇੱਕ ਇਹ ਟੈਕਸ ਡੈਫਰਡ ਅਕਾਊਂਟ ਹੈ ਨਾ, ਜਿਹਦੇ ਵਿੱਚ ਲਾਈਕ ਜਿੱਦਾਂ ਤੁਸੀਂ ਮੰਨ ਲਓ ਵੀ ਇਸ ਸਾਲ $1 ਲੱਖ ਦੀ ਇਨਕਮ ਅਰਨ ਕੀਤੀ ਆ, ਤਾਂ ਤੁਸੀਂ ਉਹਦੇ ਵਿੱਚੋਂ ਜੇ 15,000 RRSP ਦੇ ਵਿੱਚ ਕੰਟਰੀਬਿਊਟ ਕਰ ਦਿੰਦੇ ਹੋ ਨਾ, ਤਾਂ ਤੁਹਾਨੂੰ ਜਿਹੜਾ ਟੈਕਸ ਉਹ ਸਿਰਫ ਇਸ ਸਾਲ ਦੇ ਵਿੱਚ $85,000 ਦੀ ਇਨਕਮ ਦੇ ਉੱਤੇ ਹੀ ਪੇ ਕਰਨਾ ਪੈਣਾ। ਜਿਹੜਾ $15,000 ਆ ਉਹਦੇ ਉੱਤੇ ਤੁਸੀਂ ਕੋਈ ਵੀ ਇਸ ਸਾਲ ਟੈਕਸ ਨਹੀਂ ਪੇ ਕਰ ਰਹੇ। ਹਾਂ, ਬਟ ਇਨ ਫਿਊਚਰ ਜਦੋਂ ਤੁਸੀਂ ਇਹ ਮਨੀ ਕਢਾਓਗੇ ਤਾਂ ਤੁਹਾਨੂੰ ਉਦੋਂ ਟੈਕਸ ਪੇ ਕਰਨਾ ਪੈਣਾ। ਜਿੱਦਾਂ TFS ਹੈ ਉਹਦੇ ਵਿੱਚ ਤੁਸੀਂ ਕਦੋਂ ਵੀ ਮਨੀ ਲਾਈਕ ਕਢਾ ਲਓ, ਉਹਦੇ ਉੱਤੇ ਤੁਹਾਨੂੰ ਕੋਈ ਵੀ ਟੈਕਸ ਨਹੀਂ ਪੇ ਕਰਨਾ ਪੈਂਦਾ ਉਹਦੇ ਵਿੱਚ, ਕਿਉਂਕਿ ਮਨੀ ਜਿਹੜੀ ਮਨੀ ਦੇ ਉੱਤੇ ਤੁਸੀਂ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਤੁਸੀਂ ਉਹ ਕੰਟਰੀਬਿਊਟ ਕਰਦੇ ਹੋ ਨਾ। ਉੱਥੇ ਹੀ RRSP ਦੇ ਵਿੱਚ ਜਿਹੜੇ ਮਨੀ ਲਾਈਕ ਆਪਾਂ ਟੈਕਸ ਨੂੰ ਸੇਵ, ਜਿਹੜੀ ਮਨੀ ਆਪਾਂ ਇਹਦੇ ਵਿੱਚ ਇਨਵੈਸਟ ਕਰਦੇ ਹਾਂ ਉਹਦੇ ਉੱਤੇ ਆਪਾਂ ਟੈਕਸ ਸੇਵ ਕਰ ਰਹੇ ਹੁੰਦੇ ਹਾਂ। ਸੋ ਇਹੀ ਮੇਨ ਡਿਫਰੈਂਸ ਹੈ ਇਹਨਾਂ ਦੋ ਅਕਾਊਂਟਸ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ RRSP ਦੇ ਕੰਟਰੀਬਿਊਸ਼ਨ ਦੀ, ਹੈ ਨਾ। RRSP ਜਿਹੜਾ ਹੈਗਾ ਆ ਸੇਮ TFSA ਵਾਂਗੂ ਤੁਸੀਂ ਆਪਣਾ ਜਿਹੜਾ RRSP ਦਾ ਵੀ ਜਿਵੇਂ 2023 ਦੇ ਵਿੱਚ ਤੁਸੀਂ ਜਿਹੜਾ ਹੈ RRSP ਆਪਣੀ ਟੋਟਲ ਇਨਕਮ 'ਚੋਂ $30,780 ਜਿਹੜੇ ਹੈਗੇ ਉਹ ਕੰਟਰੀਬਿਊਟ ਕਰ ਸਕਦੇ। ਬਟ ਇਹਦੀ ਵੀ ਇੱਕ ਲਿਮਿਟੇਸ਼ਨ ਆ, ਲਾਈਕ $30,780 ਹੈਗੇ ਮੈਕਸੀਮਮ, ਮਤਲਬ ਤੁਸੀਂ $5 ਲੱਖ ਅਰਨ ਕੀਤਾ ਹੈ ਤਾਂ ਉਹਦੇ 30% ਦੇ ਹਿਸਾਬ ਨਾਲ ਤੁਹਾਨੂੰ ਟੈਕਸ ਦੇਣਾ ਪੈ ਗਿਆ ਲਾਈਕ 150,000, ਹੈ ਨਾ। ਇਹ ਨਹੀਂ ਹੈਗਾ ਵੀ ਮਤਲਬ ਆਪਾਂ ਉਸ ਰੇਟ ਦੇ ਹਿਸਾਬ ਨਾਲ ਹੀ ਉਹ ਕਰ ਸਕਦੇ। ਮੈਕਸੀਮਮ ਇਹਦੀ ਜਿਹੜੀ ਮੈਕਸੀਮਮ ਕੰਟਰੀਬਿਊਸ਼ਨ ਆ ਉਹ ਸਿਰਫ ਤੁਸੀਂ $30,780 ਹੀ ਇਸ ਸਾਲ ਕੰਟਰੀਬਿਊਟ ਕਰ ਸਕਦੇ ਹੋ। ਜਾਂ ਜਿਹੜਾ ਨੈਕਸਟ ਥਿੰਗ ਆ, ਜਾਂ ਤੁਸੀਂ ਆਪਣੀ ਜਿਹੜੀ ਵੀ 1 ਲੱਖ ਤੁਸੀਂ ਮੰਨ ਲਓ $1 ਲੱਖ ਇਸ ਸਾਲ ਅਰਨ ਕੀਤਾ ਹੈ ਤਾਂ ਉਹਦੀ ਸਿਰਫ 18% ਹੈ ਜਿਹੜਾ ਉਹੀ ਕੰਟਰੀਬਿਊਟ ਕਰ ਸਕਦੇ। ਇਹ ਨਹੀਂ ਹੈਗਾ ਜੇ 1 ਲੱਖ ਤੁਸੀਂ ਅਰਨ ਕੀਤਾ ਤਾਂ ਉਹਦੇ ਵਿੱਚ ਤੁਸੀਂ $30,780 ਮਤਲਬ TFSA ਦੇ
RRSP ਦੇ ਵਿੱਚ ਮੂਵ ਕਰ ਸਕਦੇ ਹੋ। ਇੱਦਾਂ ਨਹੀਂ ਹੁੰਦਾ ਹੈ, ਇੱਦਾਂ ਹੈ ਜਿਵੇਂ $100,000 ਤੁਸੀਂ ਅਰਨ ਕੀਤਾ ਹੈ ਤਾਂ ਉਹਦਾ ਸਿਰਫ ਤੁਸੀਂ 18% ਹੀ ਕੰਟਰੀਬਿਊਟ ਕਰ ਸਕਦੇ ਹੋ RRSP ਦੇ ਵਿੱਚ। ਜਿੱਦਾਂ ਕਿ ਲਾਈਕ 100,000 ਤੇ ਸਿਰਫ ਤੁਸੀਂ 18,000 ਹੀ ਮੂਵ ਕਰ ਸਕਦੇ ਹੋ ਆਪਣਾ ਇਨਕਮ RRSP ਦੇ ਵਿੱਚ, ਅਤੇ 18,000 ਦੇ ਉੱਤੇ ਹੀ ਟੈਕਸ ਸੇਵ ਕਰ ਸਕਦੇ। ਹਾਂ, ਜਿਹੜੀ ਮੈਕਸੀਮਮ ਹੈਗੀ ਆ, ਜਿਵੇਂ ਮੰਨ ਲਓ ਵੀ ਤੁਹਾਡੀ ਇਨਕਮ ਸੀ $200,000 ਤਾਂ ਉਹਦੇ ਹਿਸਾਬ ਨਾਲ 18% ਦੇ ਹਿਸਾਬ ਨਾਲ ਤੁਹਾਡਾ ਹੋ ਗਿਆ $36,000 ਹੈ ਨਾ। $36,000 ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਤੁਸੀਂ $36,000 RRSP ਦੇ ਵਿੱਚ ਆਪਣਾ ਕੰਟਰੀਬਿਊਟ ਕਰ ਦਿਓ। ਸਿਰਫ ਮੈਕਸੀਮਮ ਤੁਸੀਂ $30,780 ਤੱਕ ਹੀ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ RRSP ਦੇ ਉੱਤੇ ਟੈਕਸ ਕਿੱਦਾਂ ਲੱਗਦਾ ਹੈ ਨਾ। RRSP ਦੇ ਵਿੱਚ ਟੈਕਸ ਇੱਦਾਂ ਲੱਗਦਾ ਹੈ ਵੀ ਜਦੋਂ ਵੀ ਤੁਸੀਂ ਵਿਡਰਾਅ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਉਹਦੇ ਉੱਤੇ ਜਿਹੜਾ ਹੈਗਾ ਵਿਦ ਹੋਲਡਿੰਗ ਟੈਕਸ ਲੱਗਦਾ ਹੈ। ਜਿੱਦਾਂ ਮੰਨ ਲਓ ਤੁਸੀਂ 5,000 ਕਢਾਇਆ ਤਾਂ ਉਹਦੇ ਵਿੱਚੋਂ ਬੈਂਕ ਹੈਗੀ ਹੈ ਜਿਹੜੀ ਉਹ 10% ਟੈਕਸ ਲਾ ਕੇ ਤੁਹਾਨੂੰ ਸਿਰਫ ਲਾਈਕ $4,500 ਹੀ ਪੇ ਕਰੇਗੀ। ਇਹ ਟੈਕਸ ਨਹੀਂ ਆ, ਇਹ ਮਤਲਬ ਜਿਹੜਾ 500 ਆ ਉਹ ਬੈਂਕ ਆਪਣੇ ਕੋਲ ਰੱਖ ਲੈਂਦੀ ਹੈ ਅਤੇ ਤੁਹਾਨੂੰ ਲਾਈਕ ਨਾਓ ਹੁਣ ਲਾਈਕ $4,500 ਹੀ ਦੇਗੀ। ਅਤੇ ਜਦੋਂ ਵੀ ਉਸ ਸਾਲ ਦੀ ਤੁਸੀਂ ਟੈਕਸ ਭਰੋਗੇ ਹੈ ਨਾ, ਟੈਕਸ ਭਰੋਗੇ ਜੇ ਮੰਨ ਲਓ ਤੁਸੀਂ ਟੈਕਸ $5,000 ਅਤੇ ਸਿਰਫ ਤੁਹਾਡਾ $2,500 ਹੀ ਟੈਕਸ ਬਣਦਾ ਹੈ। ਕਿ ਮੰਨ ਲਓ ਵੀ ਤੁਸੀਂ ਇੱਕ ਨਾ ਲੋ ਇਨਕਮ ਦੇ ਵਿੱਚ ਆਉਣੇ ਹੋ ਅਤੇ 5,000 ਦੀ ਇਨਕਮ ਉੱਤੇ ਤੁਹਾਡਾ ਸਾਰਾ ਟੈਕਸ $250 ਬਣਦਾ, ਤਾਂ ਇਹ ਜਿਹੜਾ ਵਿਦ ਹੋਲਡਿੰਗ 500 ਹੁੰਦਾ ਉਹਦੇ ਵਿੱਚੋਂ $250 CRA ਲੈ ਜਾਊਗਾ ਅਤੇ $250 ਤੁਹਾਨੂੰ ਮਤਲਬ ਜਿਹੜਾ ਹੈਗਾ ਉਹ ਐਂਡ ਆਫ ਦਾ ਈਅਰ ਵਾਪਸ ਆ ਜਾਏਗਾ ਜਦੋਂ ਤੁਸੀਂ ਆਪਣੀ ਟੈਕਸ ਫਾਈਲ ਕਰਦੇ ਹੋ। ਅਤੇ ਆਹ ਹੈ ਇਹਦੀ ਐਗਜ਼ਾਮਪਲ ਹੈ, ਲਾਈਕ ਜਿੱਦਾਂ ਜੇ ਤੁਸੀਂ 5,000 ਤੋਂ ਵੱਧ ਕਰਦੇ ਹੋ ਤਾਂ ਉਹਦਾ 20% ਤੁਹਾਨੂੰ ਦੇਣਾ ਪਏਗਾ। ਵਿਦ ਹੋਲਡ ਦੇ ਵਿੱਚ ਰੱਖ ਲੈਣਗੇ ਉਹ। ਜੇ ਤੁਸੀਂ 15,000 ਦੇ ਉੱਤੇ ਲਾਈਕ 15,000 ਦੇ ਉੱਪਰ ਕਢਾ ਰਹੇ ਹੋ ਤਾਂ ਉਹਦਾ 30% ਹੈਗੇ ਜਿਹੜੇ ਉਹ ਬੈਂਕ ਪਹਿਲਾਂ ਵਿਦ ਹੋਲਡ ਕਰ ਲਏਗੀ। ਅਤੇ ਜਦੋਂ ਉਸ ਸਾਲ ਤੁਸੀਂ ਟੈਕਸ ਆਪਣਾ ਫਾਈਲ ਕਰੋਗੇ, ਇਹ ਜਿਹੜੀ ਇਨਕਮ ਆ ਤੁਹਾਡੀ ਉਸ ਟੈਕਸ ਦੇ ਵਿੱਚ ਇਨਕਲੂਡ ਹੋ ਜਾਏਗੀ। ਅਤੇ ਜਿਹੜੀ ਵੀ ਟੈਕਸ ਬ੍ਰੈਕਟ ਦੇ ਵਿੱਚ ਤੁਸੀਂ ਉਸ ਸਾਲ ਆ ਰਹੇ ਹੋਵੋਗੇ ਉਸ ਹਿਸਾਬ ਦੇ ਨਾਲ ਟੈਕਸ ਦੇ ਪੈਸੇ ਕੱਟ ਕੇ, ਜੇ ਤਾਂ 30% ਤੋਂ ਮਤਲਬ ਜਿਹੜਾ ਵੀ ਵਿਦ ਹੋਲਡਿੰਗ 30% ਲਾਈਕ ਰੱਖਿਆ ਹੈ ਉਹਨਾਂ ਨੇ, ਜੇ ਤਾਂ ਉਹ ਤੋਂ ਜ਼ਿਆਦਾ ਤੁਹਾਡਾ ਟੈਕਸ ਬਣਦਾ ਤਾਂ ਤੁਹਾਨੂੰ ਹੋਰ ਪੈਸੇ ਪੇ ਕਰਨੇ ਪੈਣਗੇ। ਜੇ ਉਸ ਤੋਂ ਘੱਟ ਬਣਦਾ ਹੈ ਤਾਂ ਜਿਹੜੇ ਵਿਦ ਹੋਲਡਿੰਗ ਆ ਉਹਦੇ ਵਿੱਚੋਂ ਤੁਹਾਨੂੰ ਪੈਸੇ ਵਾਪਸ ਆ ਜਾਂਦੇ ਆ। ਹੁਣ ਇਹਦੀ ਮੇਨ ਰੀਜ਼ਨ ਇਸ ਲਾਈਕ ਅਕਾਊਂਟ ਦਾ ਇਹੀ ਆ ਕਿ ਇਹ ਤੁਹਾਡੇ ਲਾਈਕ ਓਲਡ ਏਜ ਦੇ ਲਈ ਮਨੀ ਸੇਵ ਕਰ ਸਕਦੇ ਹੋ ਇਹਦੇ ਵਿੱਚ ਹੈ ਨਾ। ਜਦੋਂ ਤੁਹਾਡੀ ਇਨਕਮ ਘੱਟ ਹੋਏਗੀ ਅਤੇ ਉਦੋਂ ਤੁਸੀਂ ਜਦੋਂ ਪੈਸਾ ਕਢਾਓਗੇ ਤਾਂ ਤੁਹਾਨੂੰ ਉਦੋਂ ਇਹਦੇ ਉੱਤੇ ਘੱਟ ਟੈਕਸ ਪੇ ਕਰਨਾ ਪਏਗਾ, ਕਿਉਂਕਿ ਇਹ ਇੱਕ ਟੈਕਸ ਡੈਫਰਡ ਅਕਾਊਂਟ ਹੈ ਨਾ। ਜਿੱਦਾਂ ਲਾਈਕ ਹੁਣ ਇਹਦੇ ਉੱਤੇ ਤੁਸੀਂ ਟੈਕਸ ਸੇਵ ਕਰ ਰਹੇ ਹੋ ਜੋ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਹੋ, ਬਟ ਇਨ ਫਿਊਚਰ ਤੁਹਾਨੂੰ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਕਢਾਓਗੇ ਤਾਂ ਉਹਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ। ਸੋ ਇਹ ਨੇ 4 ਮੇਨ ਅਕਾਊਂਟ। ਵੈਸੇ ਤਾਂ ਅਕਾਊਂਟ ਕਈ ਹੋਰ ਅਕਾਊਂਟ ਵੀ ਨੇ ਜਿਹੜੇ ਇਨਵੈਸਟਿੰਗ ਦੇ ਲਈ ਯੂਜ਼ ਕੀਤੇ ਜਾ ਸਕਦੇ ਆ, ਪਰ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਆ 4 ਮੇਨ, ਉਹਨਾਂ ਦੇ 4 ਮੇਨ ਇਹੀ ਨੇ ਜਿਹੜੇ ਆਪਾਂ ਯੂਜ਼ ਕਰਦੇ ਹਾਂ। ਜਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹੀ ਕਹਾਂਗੇ, ਜੇ ਤੁਸੀਂ ਇੱਕ ਨਿਊ ਇਨਵੈਸਟਰ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣਾ TFS ਦੇ ਅਕਾਊਂਟ ਖੁਲਾਓ, ਜੋ ਕਿ ਹੈਗਾ ਟੈਕਸ ਫਰੀ ਸੇਵਿੰਗਸ ਅਕਾਊਂਟ, ਕਿਉਂਕਿ ਆਪਣੇ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਹੁੰਦਾ ਨਾ ਸ਼ੁਰੂ ਦੇ ਵਿੱਚ ਇਨਵੈਸਟ ਕਰਨ ਦੇ ਲਈ। ਅਤੇ ਜੋ ਵੀ ਆਪਾਂ ਉਸ ਅਕਾਊਂਟ ਦੇ ਵਿੱਚ ਇਨਵੈਸਟ ਕਰ ਰਹੇ ਹਾਂ ਤਾਂ ਉਹਦੇ ਉੱਤੇ ਜੋ ਵੀ ਕੈਪੀਟਲ ਗੇਨ ਹੋ ਰਿਹਾ ਤਾਂ ਆਪਾਂ ਉਹਦੇ ਉੱਤੇ ਕੋਈ ਵੀ ਟੈਕਸ ਪੇ ਨਹੀਂ ਕਰਨਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਉਹੀ ਅਕਾਊਂਟ ਹੈਗਾ ਜਿਹੜਾ ਉਹਨੂੰ ਓਪਨ ਕਰੋ ਅਤੇ ਉਹਨੂੰ ਲਾਈਕ ਗਰੋ ਕਰੋ ਹੈ ਨਾ। ਫਿਰ ਜੇ ਉਹਦੀ ਕੰਟਰੀਬਿਊਸ਼ਨ ਭਰ ਜਾਂਦੀ ਹੈ ਤਾਂ ਤੁਸੀਂ RRSP ਖਿਲਾਓ। ਅਤੇ ਹਾਂ, ਜੋ ਲਾਸਟ 'ਤੇ ਜਾ ਕੇ ਤੁਸੀਂ ਕੈਸ਼ 'ਤੇ ਮਾਰਜਨ ਅਕਾਊਂਟ ਖੁਲਵਾ ਸਕਦੇ ਹੋ। ਕੈਸ਼ ਅਕਾਊਂਟ ਮਾਰਜਨ ਅਕਾਊਂਟ ਦਾ ਇਹ ਫਾਇਦਾ ਆ ਵੀ ਜੇ ਤੁਹਾਨੂੰ ਕੋਈ ਵੀ ਨੁਕਸਾਨ ਹੁੰਦਾ ਹੈ, ਮੰਨ ਲਓ ਵੀ ਤੁਸੀਂ ਲਾਈਕ $5,000 ਦੇ ਕਿਸੇ ਕੰਪਨੀ ਦੇ ਸਟਾਕਸ ਖਰੀਦੇ ਤਾਂ ਉਹ 5,000 ਤੋਂ ਬੈਂਕ ਜਿਹੜੀ ਕੰਪਨੀ ਉਹ ਬੈਂਕਰਪਸੀ ਕਰ ਗਈ ਹੈ ਅਤੇ ਤੁਹਾਡੀ ਜਿਹੜੀ ਹੋ ਗਿਆ ਇਨਵੈਸਟਮੈਂਟ ਦੀ ਵੈਲਿਊ 0 ਹੋ ਗਈ ਹੈ ਨਾ। ਪਰ ਉਹਨੂੰ ਤੁਸੀਂ ਆਪਣੀ ਜਿਹੜੀ ਟੈਕਸ ਇਨਕਮ ਆ ਉਹਦੇ ਵਿੱਚ ਲਾਸ ਦਿਖਾ ਕੇ ਟੈਕਸ ਬਚਾ ਸਕਦੇ ਹੋ ਕੈਸ਼ ਤੇ ਮਾਰਜਨ ਅਕਾਊਂਟ ਦੇ ਵਿੱਚ। ਬਟ ਜਿਹੜੀ TFS RRSP ਹੈ ਇਹਦੇ ਵਿੱਚ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਦੋਂ ਤੁਹਾਡਾ ਟੈਕਸ ਮਤਲਬ ਉੱਤੇ ਤੁਸੀਂ ਟੈਕਸ ਨਹੀਂ ਸੇਵ ਕਰ ਸਕਦੇ ਆਪਣੀ ਟੈਕਸ ਇਨਕਮ ਦੇ ਵਿੱਚ ਉਹਨੂੰ ਨੁਕਸਾਨ ਦਿਖਾ ਕੇ। ਕੈਸ਼ ਤੇ ਮਾਰਜਨ ਅਕਾਊਂਟ ਦੇ ਵਿੱਚ ਤੁਸੀਂ ਇੱਦਾਂ ਕਰ ਸਕਦੇ ਹੋ। ਸੋ ਇਹ ਸੀ ਅੱਜ ਦੀ ਵੀਡੀਓ 4 ਮੇਨ ਅਕਾਊਂਟਸ ਬਾਰੇ ਕਿੱਦਾਂ ਕੰਮ ਕਰਦੇ ਆ। ਅਤੇ ਜੇ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਜੇ ਤੁਸੀਂ ਕਿਸੇ ਵੀ ਅਕਾਊਂਟ ਬਾਰੇ ਮੈਨੂੰ ਫੁੱਲ ਵੀਡੀਓ ਬਣਾਉਣ ਲਈ ਕਹੋਗੇ ਤਾਂ ਮੈਂ ਵੀਡੀਓ ਵੀ ਬਣਾ ਦਾਂਗਾ। ਸੋ ਥੈਂਕ ਯੂ ਸੋ ਮੱਚ।
ਤੇ ਜੇ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮਚ, ਬਾਏ ਬਾਏ।